पेश है विज्ञान लड़ीवार आउण वाला कल दी 51वीं कड़ी। संकल्प ते लड़ीवार संयोजक डॉक्टर BK त्यागी, खोज ते लेखन भारत ज्ञान विज्ञान सम्मति पंजाब ते चंडीगढ़। हाँ जी प्यारे श्रोतिओ, बनौटी बौद्धिकता ਦੀ ਵਿਗਿਆਨ ਵਰਤੋਂ ਤੇ ਭਵਿੱਖ ਬਾਬਤ ਸਾਡੇ ਲੜੀਵਾਰ ਆਉਣ ਵਾਲਾ ਕੱਲ ਦੀ 51ਵੀਂ ਕੜੀ 'ਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਨਮਸਤੇ। ਇਸ ਵਿਗਿਆਨ ਲੜੀਵਾਰ ਦੀਆਂ ਪਿਛਲੀਆਂ ਕੜੀਆਂ 'ਚ ਅਸੀਂ ਬਣਾਉਟੀ ਬੌਧਿਕਤਾ ਨਾਲ ਭਵਿੱਖ ਵਿੱਚ ਹੋਣ ਵਾਲੇ ਬਦਲਾਵਾਂ ਦੀ ਕੀਤੀ ਸੀ ਨਕਸ਼ਾਕਸ਼ੀ ਤੇ ਸੁਣਾਇਆ ਸੀ ਹਾਲ ਕਿ ਕਿਵੇਂ ਜੀਵਨ ਦੇ ਹਰ ਖੇਤਰ ਵਿੱਚ ਅੱਗੇ ਵਧ ਰਹੀ ਹੈ AI ਤੇ ਪਹੁੰਚ ਰਹੀ ਹੈ ਮਨੁੱਖ ਨੂੰ ਹਰਾਉਣ ਤੱਕ ਤੇ ਮਨੁੱਖ ਨੂੰ ਅਮਰ ਬਣਾਉਣ ਤੱਕ ਵੀ। ਭਾਰਤ ਵਿੱਚ ਬਣੌਟੀ ਬੌਧਿਕਤਾ ਦੇ ਵਿਕਾਸ ਨੂੰ ਚੁਣੌਤੀਆਂ। ਇਹਦੇ ਵਿੱਚ ਭਾਰਤ ਵਿੱਚ AI ਦੇ ਵਿਕਾਸ ਨੂੰ ਆਉਂਦੀਆਂ ਚੁਣੌਤੀਆਂ ਦੀ ਉਹਨਾਂ ਦੇ ਮੁਕਾਬਲੇ ਦੀ। ਸੰਸਾਰ ਨੇ AI ਨੂੰ ਮੰਨ ਲਿਆ ਵਿਕਾਸ ਦੇ ਅਗਲੇ ਪੜਾਅ ਦਾ ਧੁਰਾ। ਇਸ ਦਾ ਤੇਜ਼ ਰਫ਼ਤਾਰ ਵਿਕਾਸ ਮਨੁੱਖੀ ਬੁੱਧੀ ਲਈ ਬਣ ਰਿਹਾ ਹੈ ਇੱਕ ਸ਼ਰਧਾਂਜਲੀ। ਵੱਡਾ ਪੂੰਜੀ ਨਿਵੇਸ਼, AI ਸੌਫਟ ਤੇ ਹਾਰਡਵੇਅਰ ਵਿੱਚ ਖੋਜ, ਨਵੀਆਂ ਕਾਢਾਂ ਦਾ ਪਸਾਰਾ, ਮੌਜੂਦਾ ਟੈਕਨੋਲੋਜੀ ਜਿਹੜੀ ਹੈ ਉਹ ਰੱਦ ਹੋ ਜਾਏਗੀ ਤੇ 5 ਸਾਲਾਂ ਬਾਅਦ ਹੋਏਗੀ ਬਿਲਕੁਲ ਨਵੀਂ ਟੈਕਨੋਲੋਜੀ। ਅਮਰੀਕਾ, ਇੰਗਲੈਂਡ, ਰੂਸ, ਚੀਨ, ਦੱਖਣੀ ਕੋਰੀਆ ਤੋਂ ਪਹਿਲਾਂ ਹੀ ਅਸੀਂ ਹਾਂ ਪਿੱਛੇ। ਪਛੜ ਨਾ ਜਾਈਏ ਕਿਤੇ ਚੌਥੇ ਸਨਅਤੀ ਇਨਕਲਾਬ ਵਿੱਚ। ਜਲਦੀ ਬਣੀਏ AI ਵਿਕਾਸ ਦੀ ਹੱਬ। ਸਮਾਰਟ ਟ੍ਰੈਫਿਕ ਲਾਈਟਾਂ ਦਰਸਾਉਣਗੀਆਂ ਸਹੀ ਰਸਤਾ, ਦੇ ਕੇ ਜਾਣਕਾਰੀ ਐਕਸੀਡੈਂਟ ਤੇ ਵਾਹਨਾਂ ਦੀ ਭੀੜ ਦੀ। ਬੇਸ਼ੱਕ ਅਸੀਂ ਆ ਗਏ ਹਾਂ 72ਵੇਂ ਨੰਬਰ ਤੇ। ਸਮੱਸਿਆਵਾਂ ਦੇ ਸਮਾਧਾਨ ਲਈ ਰੱਖ ਰਹੇ ਹਾਂ ਟੇਕ AI ਟੈਕਨੋਲੋਜੀ ਤੇ ਹੀ। ਵਿਕਾਸ ਦਾ ਮਾਡਲ ਤੇ ਮਨੁੱਖੀ ਬਿਰਤੀ ਬਦਲਣ ਦੀ ਥਾਂ ਤੇ। ਦੋਸਤੋ, AI ਵਿਕਾਸ ਦੇ ਤੁਰੇ ਸੈਮੀਕੰਡਕਟਰ ਤੇ ਕੰਪਿਊਟਰ ਚਿਪਸ ਵਿੱਚ ਅਮਰੀਕਾ ਮੋਹਰੀ, ਪਰ ਅਮਰੀਕਾ ਹੈ ਨਿਰਭਰ ਨਿੱਜੀ ਕੰਪਨੀਆਂ ਤੇ ਚੀਨ ਦੀ ਟੇਕ ਹੈ ਸਰਕਾਰੀ ਅਦਾਰਿਆਂ ਤੇ। ਮਸ਼ੀਨ ਲਰਨਿੰਗ, ਡੀਪ ਲਰਨਿੰਗ ਤੇ ਨੈਰੋ AI ਵਿੱਚ ਭਾਰਤ ਹੈ ਬਹੁਤ ਹੀ ਪਿੱਛੇ। ਖੋਜਾਂ ਤੇ ਖੋਜ ਪੱਤਰਾਂ ਉੱਪਰ ਵੀ ਨਹੀਂ ਲੋੜੀਂਦਾ ਜ਼ੋਰ। ਸਾਡੇ ਤਾਂ AI ਵਰਤੀ ਜਾਂਦੀ ਹੈ ਬਸ ਰੈਲੀਆਂ ਤੇ ਉਹਨਾਂ ਦੇ ਪ੍ਰਬੰਧਕਾਂ ਉੱਪਰ ਜਾਸੂਸੀ ਲਈ। ਇੱਕ ਹੋਰ ਗੱਲ, AI ਕਾਰਨ ਰੁਜ਼ਗਾਰ ਘਟਣ ਦੇ ਵੀ ਵੱਡੇ ਖਦਸ਼ੇ ਨੇ ਤੇ ਸਮਾਧਾਨ ਕੀ ਹੈ? ਸਮਾਧਾਨ ਹੈ ਦੋਸਤੋ, ਕੰਮ ਦੇ ਘੰਟੇ ਘਟਾਉਣਾ, ਇਨਸਾਨੀ ਬਿਰਤੀਆਂ ਤੇ ਕਲਾਵਾਂ ਨੂੰ ਉਤਸ਼ਾਹਿਤ ਕਰਨਾ। ਕੱਲ ਦੀ ਤਿਆਰੀ ਕਹਾਣੀ ਹੈ ਬਣੌਟੀ ਬੌਧਿਕਤਾ ਦੇ ਵਿਕਾਸ ਦੀ ਮੰਜ਼ਿਲ ਦੀਆਂ ਚੁਣੌਤੀਆਂ ਦੇ ਮੁਕਾਬਲੇ ਦੀ, ਬਿਖੜੇ ਪੈਂਡੇ ਤੇ ਪੁਲਾਂਘਾਂ ਪੁੱਟਣ ਲਈ ਯੋਜਨਾਬੰਦੀ ਦੀ। AI ਦੀ ਬਣਾਈ ਜਾ ਰਹੀ ਹੈ ਪਕੜ ਸਮਾਜਿਕ, ਸੱਭਿਆਚਾਰਕ, ਆਰਥਕ ਤੇ ਪ੍ਰਸ਼ਾਸਨਿਕ ਖੇਤਰ ਵਿੱਚ ਚੁਪਕੇ ਹੀ। ਖੋਜ ਤੇ AI ਮਸ਼ੀਨਾਂ ਦੇ ਵਿਕਾਸ ਨੂੰ ਕੀਤਾ ਜਾ ਰਿਹਾ ਉਤਸ਼ਾਹਿਤ। ਭਾਰਤ ਵਰਗੇ ਬਹੁਤ ਸਾਰੀ ਕਾਮਾ ਸ਼ਕਤੀ ਵਾਲੇ ਦੇਸ਼ ਵਿੱਚ ਵੀ ਸਿਹਤ, ਸਿੱਖਿਆ, ਉਦਯੋਗ, ਖੇਤੀ ਆਦਿ ਵਿੱਚ AI ਪਸਾਰ ਰਹੀ ਹੈ ਪੈਰ ਤੇਜ਼ੀ ਨਾਲ। ਸਮਾਰਟ ਸ਼ਹਿਰ ਨਿਰਮਾਣ, ਆਵਾਜਾਈ, ਸੰਚਾਰ ਸਾਧਨ ਤੇ ਪ੍ਰਸ਼ਾਸਨ ਨਿਰਭਰ ਹੋ ਰਹੇ ਨੇ AI ਮਸ਼ੀਨਾਂ ਦੇ ਉੱਪਰ। ਜਦੋਂ ਉਦਯੋਗਾਂ ਵਿੱਚ ਬਹੁਤੀਆਂ ਗਤੀਵਿਧੀਆਂ ਆਟੋਮੈਟਿਕ ਹੋ ਗਈਆਂ ਤਾਂ ਰੁਜ਼ਗਾਰ ਦੇ ਮੌਕੇ ਬਹੁਤ ਘਟ ਜਾਣਗੇ, ਬਹੁਤ ਹੀ ਵੱਡੇ ਪੈਮਾਨੇ ਤੇ। ਸੋ ਦੋਸਤੋ, ਲੋੜ ਹੈ ਕਿਰਤ ਆਧਾਰਿਤ ਵਿਕਾਸ ਮਾਡਲ ਅਪਣਾਉਣ ਦੀ। ਮਨੁੱਖੀ ਪਹੁੰਚ ਤੋਂ ਪਰੇ ਅਧੂਰੇ ਜਾਂ ਅਣਛੋਏ ਤੇ ਮਨੁੱਖੀ ਜਾਨਾਂ ਨੂੰ ਵੱਡੇ ਜੋਖਮ ਵਾਲੇ ਕਾਰਜਾਂ ਵਿੱਚ ਹੀ AI ਨੂੰ ਵਰਤਣ ਦੀ। ਕਿਰਤ ਸ਼ਕਤੀ ਤੇ ਯੁਵਾ ਸ਼ਕਤੀ ਲਈ ਰੁਜ਼ਗਾਰ ਸਿਰਜਣ ਵਾਸਤੇ ਕੰਮ ਦੇ ਘੰਟੇ ਘਟਾਈਏ। ਕੋਈ ਸੁਣ ਨਾ ਲਵੇ। ਸੁਚੇਤ ਕਰਦਾ ਹੈ AI ਦੀ ਬਦੌਲਤ ਆਂਦੀਆਂ ਜਟਿਲ ਸਮੱਸਿਆਵਾਂ ਬਾਰੇ, ਬਖੇੜਿਆਂ ਬਾਰੇ। ਬਿਨਾਂ ਜਾਣੇ ਹੀ ਸਾਡੀ ਗੁਪਤ ਤੇ ਅਤ ਨਿੱਜੀ ਸੂਚਨਾ ਚਲੀ ਜਾਂਦੀ ਹੈ ਤੀਜੀ ਧਿਰ ਦੇ ਕੋਲ। ਪੈਦਾ ਹੋ ਜਾਂਦੀ ਹੈ ਸਮੱਸਿਆ ਨਿਸ਼ਠਾਵਾਨ ਅਧਿਕਾਰੀਆਂ ਨੂੰ ਵੀ।
ਗਾਹਕਾਂ ਦੇ ਨਿੱਜੀ ਡਾਟਾ ਦੀ ਦੁਰਵਰਤੋਂ ਕਰਦੀਆਂ ਨੇ ਕੰਪਨੀਆਂ ਬਰੀਕ ਲਿਖਤ ਦਾ ਸਹਾਰਾ ਲੈ ਕੇ। ਨਿਜਤਾ ਉੱਪਰ ਮਾਰਦੀ ਹੈ ਵਧਾਣੀ ਚੋਟ ਕੰਪਨੀ ਜਾਂ ਸਰਕਾਰ, ਨਾਗਰਿਕਾਂ ਦੇ ਜੀਵਨ ਦੇ ਅੰਦਰ ਬੇਲੋੜੀ ਤਾਂਕ ਝਾਂਕ ਕਰਕੇ। ਜ਼ਰੂਰੀ ਹੈ ਕਿ ਕਾਨੂੰਨਾਂ ਵਿੱਚ ਖਾਮੀਆਂ ਦੂਰ ਕਰਕੇ ਗਾਹਕਾਂ ਦਾ ਨਿੱਜੀ ਡਾਟਾ ਬਿਨਾਂ ਮਨਜ਼ੂਰੀ ਤੋਂ ਤੇ ਨਿਸ਼ੁਲਕ ਵਰਤਣ ਤੇ ਲੱਗੇ ਰੋਕ। ਡਾਟਾ ਵਰਤੋਂ ਟੈਕਸ ਰਾਹੀਂ ਵਧਾਈਏ ਸਰਕਾਰੀ ਆਮਦਨ ਵੀ। ਅਦਾਲਤ ਨੇ ਸੁਣਾ ਦਿੱਤਾ ਹੈ ਫੈਸਲਾ। ਸੂਚਨਾ ਲੀਕ ਕਰਨ ਦੀ ਕਸੂਰਵਾਰ ਨਿਕਲੀ ਕੰਪਨੀ, ਪੁਲਿਸ ਅਧਿਕਾਰੀ ਦੋਸ਼ਮੁਕਤ ਤੇ ਬਾਇਜ਼ਤ ਬਰੀ। ਬਚ ਗਈ ਸੀ ਸਾਖ ਇੱਕ ਇਮਾਨਦਾਰ ਤੇ ਨਿਸ਼ਠਾਵਾਨ ਅਧਿਕਾਰੀ ਦੀ। ਬਿਹਤਰ ਕੱਲ ਵੱਲ ਹੈ ਗੱਲ ਭਾਰਤ ਵਿੱਚ 2000 ਕਰੋੜ ਦੇ AI ਰਾਸ਼ਟਰੀ ਮਿਸ਼ਨ ਦੀ। ਤਕਨਾਲੋਜੀ ਦੀ ਵਰਤੋਂ ਨੂੰ ਹਲੂਣੇ ਵਾਸਤੇ ਇੱਕ ਸ੍ਰੇਸ਼ਟ ਕੇਂਦਰ ਦੀ ਸਥਾਪਤੀ ਦੀ। ਸਵੈਚਾਲਿਤ ਟੈਕਨੋਲੋਜੀ AI, NLP, ਮਸ਼ੀਨ ਲਰਨਿੰਗ, ਇੰਟਰਨੈਟ ਆਫ ਬਿਹੇਵੀਅਰ, ਸਮਾਰਟ ਵਸਤੂ ਨਿਰਮਾਣ ਲਈ IIT ਦਿੱਲੀ ਤੇ ਆਟੋਮੈਟਿਕ ਉਦਯੋਗ ਸੰਘ ਦੀ ਸਾਂਝ ਅਰਥਚਾਰੇ ਲਈ ਹੋਣਗੇ ਅਗਲੇ ਕਾਰਕ। ਵਿੱਤੀ ਖੇਤਰ ਵਿੱਚ ਇਨਫੋਸਿਸ ਦਾ 18.22 MB ਪ੍ਰਤੀ ਸਕਿੰਟ ਵਾਲਾ ਡਾਟਾ ਦਾਖਲ ਕਰਨ ਵਾਲਾ NIA ਸੌਫਟਵੇਅਰ, ਮਨੁੱਖਨੁਮਾ ਰੋਬੋਟ ਰਾਹੀਂ ਕਾਰ ਵਿਕਰੀ ਵਗੈਰਾ, ਇਹ ਨੇ ਦੋਸਤੋ AI ਦੇ ਸਿਖਰਤਾ ਵੱਲ ਕਦਮ। ਫਸਲਾਂ ਉੱਤੇ ਕੀਟਾਂ ਦੇ ਹਮਲੇ ਦੀ ਜਾਣਕਾਰੀ ਮਸ਼ੀਨਾਂ ਵੱਲੋਂ ਸੁਣ ਕੇ, ਵੇਖ ਕੇ ਤਰਕ ਕਰਨ ਦੀ ਫੋਟੋ, ਲਿਖਤ, ਪਰਛਾਈ, ਆਵਾਜ਼ ਤੇ ਚਿਹਰੇ ਪਛਾਣਨ ਦੀ ਤਾਕਤ ਹੈ AI ਦਾ ਕਰਿਸ਼ਮਾ। ਵਿਗਿਆਨ ਦੇ ਸੁਪਨੇ ਸਾਕਾਰ ਤਾਂ ਹੁੰਦੇ ਨੇ, ਪਰ ਨਾਲ ਹੀ AI ਆਧਾਰਿਤ ਸਵੈ ਚਾਲਤ ਮਸ਼ੀਨਾਂ ਤੇ ਤਕਨੀਕਾਂ ਦੇ ਕਾਰਨ ਖੇਤੀਬਾੜੀ, ਉਦਯੋਗ ਤੇ ਸੇਵਾਵਾਂ ਦੇ ਵਿੱਚ ਦਰਪੇਸ਼ ਚੁਣੌਤੀਆਂ ਤੇ ਵੀ ਧਿਆਨ ਦੇਣ ਦੀ ਲੋੜ ਹੈ। AI ਦੀ ਵਿਵਹਾਰਿਕਤਾ, ਮਹੱਤਤਾ, ਲਾਹੇਮੰਦੀ ਤੇ ਭਵਿੱਖ ਨੂੰ ਲੈ ਕੇ ਕੀਤੀਆਂ ਜਾਂਦੀਆਂ ਨੇ ਬਹੁਤ ਸਾਰੀਆਂ ਕਿਆਸਰਾਈਆਂ ਤੇ ਭਵਿੱਖਬਾਣੀਆਂ, ਪਰ ਕਈ ਹਕੀਕੀ ਮੁੱਦੇ ਵੀ ਨੇ ਤੇ ਕੁਝ ਰੁਕਾਵਟਾਂ ਵੀ। ਭਾਰਤ ਵਿੱਚ AI ਦੇ ਫਾਇਦੇ ਵੀ ਨੇ ਤੇ ਇਸ ਦੀ ਵਰਤੋਂ ਵੀ ਬਹੁਤ ਹੈ। ਇਸ ਦਾ ਕਰੀਬ 50,000 ਕਰੋੜ ਰੁਪਏ ਦਾ ਮੌਜੂਦਾ ਬਾਜ਼ਾਰ ਤੇਜ਼ੀ ਫੜ ਰਿਹਾ ਹੈ ਤੇ ਕੁਐਸਚਨ ਨੇ, ਸਵਾਲ ਨੇ ਇਸ ਦੀ ਉਪਭੋਗਤਾ ਨੂੰ ਲੈ ਕੇ ਵੀ। ਨਿੱਜੀ ਜੀਵਨ ਵਿੱਚ AI ਟੈਕਨੋਲੋਜੀ ਉੱਪਰ ਮਨੁੱਖ ਦੀ ਨਿਰਭਰਤਾ ਵਧੇਗੀ। ਬੇਸ਼ੱਕ ਅਜੇ ਇਸ ਦੀ ਵਰਤੋਂ ਮੋਬਾਈਲ, TV ਤੇ ਮਾਰਕੀਟਿੰਗ ਆਦਿ ਤੱਕ ਹੀ ਸੀਮਤ ਹੈ। ਤੱਥ, ਵਿਗਿਆਨ, ਅੰਕੜੇ ਸੌਖੇ ਰੂਪ ਵਿੱਚ ਪੇਸ਼ ਕਰਕੇ ਹੀ AI ਦੀ ਸਮਝ ਤੇ ਕਦਰ ਬਣ ਸਕਦੀ ਹੈ। ਖੇਤੀ ਵਿੱਚ AI ਰਾਹੀਂ ਮੌਸਮ, ਫਸਲ ਦੀ ਕਿਸਮ, ਖਾਦਾਂ, ਕੀਟਨਾਸ਼ਕਾਂ, ਨਦੀਨਨਾਸ਼ਕਾਂ ਦੀ ਵਰਤੋਂ, ਮਾਤਰਾ ਤੇ ਸਮੇਂ ਵਗੈਰਾ ਦਾ ਆਂਕਲਨ ਕੀਤਾ ਜਾ ਸਕਦਾ, ਪਰ ਇਸ ਦਾ ਲਾਭ ਤਾਂ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਨਹੀਂ, ਸਗੋਂ ਵੱਡੀਆਂ ਕਾਰਪੋਰੇਸ਼ਨਸ ਨੂੰ ਹੀ ਹੋਏਗਾ। AI ਦੀ ਬਦੌਲਤ ਖੇਤੀ ਉਤਪਾਦਨ ਦੇ ਅੰਦਾਜ਼ੇ, ਖਰੀਦ ਨੀਤੀ ਤੇ ਪ੍ਰਬੰਧ ਸਮੇਂ ਸਿਰ ਬਣਾਉਣ ਨਾਲ ਖੇਤੀ ਮੰਡੀ ਦਾ ਆਧੁਨਿਕੀਕਰਨ ਵੀ ਹੋਏਗਾ। ਸਕਿੱਲ ਇੰਡੀਆ, ਡਿਜੀਟਲ ਇੰਡੀਆ ਹੈ ਕਹਾਣੀ AI ਆਧਾਰਿਤ ਸੌਫਟਵੇਅਰ ਤੇ ਕਾਰਜਕੁਸ਼ਲਤਾ ਦੀ। ਭਾਰਤ ਦੇ ਪ੍ਰਫੁੱਲਤ ਹੁੰਦੇ ਅਰਥਚਾਰੇ ਲਈ AI ਦੀ ਮਹੱਤਤਾ ਦੀ। ਭਾਰਤ ਸਰਕਾਰ ਦੀ ਨੀਤੀ ਹੈ AI ਸਭ ਲਈ। ਇਸ ਕਾਰਜ ਵਾਸਤੇ ਸਾਡੀਆਂ IITs, IIMs, ਭਾਰਤੀ ਸੂਚਨਾ ਤੇ ਟੈਕਨੋਲੋਜੀ ਸੰਸਥਾਵਾਂ ਬਣਨਗੀਆਂ ਖੋਜਾਰਥੀਆਂ ਤੇ ਸਟਾਰਟਅਪਸ ਦੇ ਪੰਗੂੜੇ। ਦੋਸਤੋ, ਭਾਰਤ ਕੋਲ ਮੌਕਾ ਹੈ AI ਸਿੱਖਿਅਤ ਕਾਮਿਆਂ ਦੀ ਵੱਡੀ ਗਿਣਤੀ ਤੇ ਸਟਾਰਟਅਪਸ ਦੇ ਉੱਭਰਦੇ ਤਾਣੇ ਬਾਣੇ ਰਾਹੀਂ ਸਮੱਸਿਆਵਾਂ ਦੇ ਹੱਲ ਵੱਲ ਵਧਣ ਦਾ। AI ਲਿਆ ਸਕਦੀ ਹੈ ਵੱਡੇ ਬਦਲਾਅ ਸਿਹਤ ਸੇਵਾਵਾਂ, ਖੇਤੀਬਾੜੀ, ਨਿਰਮਾਣ ਉਦਯੋਗ, ਸਿੱਖਿਆ ਤੇ ਕੁਸ਼ਲਤਾ ਸਿਖਲਾਈ ਵਿੱਚ। ਸਕਿੱਲ ਇੰਡੀਆ ਤੇ ਡਿਜੀਟਲ ਇੰਡੀਆ ਵਰਗੇ ਪ੍ਰੋਗਰਾਮਾਂ ਦੇ ਜ਼ਰੀਏ ਕਾਰੀਗਰ ਤੇ ਸ਼ਿਲਪਕਾਰ ਇੱਕ ਮੰਚ ਤੇ ਆ ਕੇ AI ਰਾਹੀਂ ਆਪਣੀਆਂ ਮੁਹਾਰਤਾਂ ਨੂੰ ਨਵੇਂ-ਨਵੇਂ ਰੂਪ ਦੇ ਕੇ ਕਰ ਸਕਦੇ ਨੇ। ਸਾਡੀ ਕੀਮਤੀ ਧਰੋਹਰ ਨੂੰ ਵੀ ਪੁਨਰ ਸੁਰਜੀਤ। ਕੰਮਕਾਜ ਦੀ ਸੁਚਾਰੂ ਵਿਵਸਥਾ ਵਾਸਤੇ ਤਕਨਾਲੋਜੀ ਨਾਲ ਮਨੁੱਖੀ ਨਿਗਰਾਨੀ ਵੀ ਮਹੱਤਵਪੂਰਨ ਹੈ। ਰਿਵਾਇਤੀ ਡਿਜ਼ਾਈਨਾਂ ਤੇ ਉਤਪਾਦਾਂ ਦੀ ਗੁਣਵੱਤਾ ਤੇ ਦਿੱਖ ਸੁਧਾਰੀ ਜਾ ਸਕਦੀ ਹੈ। AI ਆਧਾਰਿਤ ਨਵੇਂ ਤੌਰ ਤਰੀਕੇ ਪੁਰਾਣੇ ਡਿਜ਼ਾਈਨਾਂ ਦੇ ਨਵੇਂ ਡਿਜ਼ਾਈਨ ਬਣਨ ਦਾ ਤੇ ਉਹਨਾਂ ਦੇ ਪ੍ਰਚਾਰ ਦਾ ਰਾਹ ਵੀ ਖੋਲ੍ਹ ਸਕਦੇ ਨੇ। AI ਸੋਲਿਊਸ਼ਨਸ ਇਹਨਾਂ ਸ਼ਿਲਪੀ ਵਸਤਾਂ ਦੇ ਸੁਚਾਰੂ ਮੰਡੀਕਰਨ, ਬਾਜ਼ਾਰ ਸਿਰਜਣ ਤੇ ਕੁਸ਼ਲ ਵਿਕਰੀ ਲਈ ਬਾਜ਼ਾਰ ਨੂੰ ਨਵੀਂ ਦਿੱਖ ਦੇਣ, ਪੁਖਤਾ ਪ੍ਰਬੰਧ ਕਰਨ ਤੇ ਬਾਜ਼ਾਰ ਨੂੰ ਸੋਹਣਾ ਤੇ ਸਹੂਲਤਮੰਦ ਬਣਾਉਣ ਵਿੱਚ ਵੀ ਬਹੁਤ ਸਹਾਈ ਹੋਣਗੇ। AI ਸਿਰਜੇਗੀ ਅਗਲਾ ਪੜਾਅ ਵਿਕਾਸ ਦਾ, ਜਿੱਥੇ ਪੁਰਾਣੇ ਮਾਲ ਤੇ ਬੀਤੇ ਜ਼ਮਾਨੇ ਦੇ ਸਾਰੇ ਚੰਗੇ ਪੱਖ
ਤੇ ਵਰਤਮਾਨ ਦੀਆਂ ਨਵੀਆਂ ਟੈਕਨੀਕਾਂ ਦਾ ਹੋਵੇਗਾ ਸੁਮੇਲ, ਪਾਏਗਾ ਬਾਤਾਂ ਨਵੀਂ ਕਲਾ ਤੇ ਨਵੀਂ ਯੁੱਗ ਦੀਆਂ। AI ਜਨਤਕ ਖੇਤਰ ਵਿੱਚ ਵਰਤੋਂ ਲੋਕਾਂ ਵਾਸਤੇ, ਲੋਕਾਂ ਦੁਆਰਾ। ਇਹ ਦ੍ਰਿਸ਼ ਹੈ ਪਾਰਦਰਸ਼ੀ, ਜਵਾਬਦੇਹ, ਜ਼ਿੰਮੇਵਾਰ ਤੇ ਕੁਸ਼ਲ ਪ੍ਰਸ਼ਾਸਨ ਬਣਾਉਣ ਵਿੱਚ AI ਦੀ ਭੂਮਿਕਾ ਦਾ। ਵਿੱਤੀ ਪ੍ਰਬੰਧ ਨੂੰ ਕਿਫਾਇਤੀ ਤੇ ਸੁਚੱਜਾ ਬਣਾ ਕੇ ਮਾਲੀ ਤੇ ਵਿੱਤੀ ਏਜੰਸੀਆਂ ਦੀਆਂ ਸਮੱਸਿਆਵਾਂ ਦੇ ਸਮਾਧਾਨ ਦਾ। ਭ੍ਰਿਸ਼ਟਾਚਾਰ ਦੀ ਨਿਸ਼ਾਨਦੇਹੀ, ਧੋਖਾਧੜੀ ਤੇ ਠੱਗੀਆਂ ਕਰਨ ਵਾਲਿਆਂ ਦਾ ਖੁਰਾ ਨੱਪਣ ਲਈ ਕੇਵਲ ਨਵੀਆਂ ਤਕਨੀਕਾਂ ਦੀ ਹੀ ਨਹੀਂ, ਸਗੋਂ ਸੰਗਠਨਾਤਮਕ ਸੰਰਚਨਾਵਾਂ, ਪ੍ਰਸ਼ਾਸਨ, ਕਾਰਜ ਪ੍ਰਕਿਰਿਆਵਾਂ, ਸੰਸਕ੍ਰਿਤੀ ਤੇ ਸੋਚ ਦੀ ਵੀ ਜ਼ਰੂਰਤ ਹੁੰਦੀ ਹੈ। AI ਤਕਨੀਕ ਸਰਵਜਨਕ ਖੇਤਰਾਂ ਦੇ ਕੰਮਾਂ ਨੂੰ ਬਿਹਤਰ ਬਣਾਉਣ 'ਚ ਮਦਦਗਾਰ ਹੈ, ਪਰ ਸਫਲਤਾ ਲਈ ਜਨਤਾ ਦੀ ਭੂਮਿਕਾ ਵੀ ਅਹਿਮ ਹੈ। ਜਨਤਕ ਸੇਵਾਵਾਂ ਵਿੱਚ ਘਪਲੇਬਾਜ਼ੀ ਤੇ ਭ੍ਰਿਸ਼ਟਾਚਾਰ ਨੂੰ, ਟੈਕਸ, ਸਬਸਿਡੀ ਤੇ ਹੋਰ ਵਸਤੂਆਂ ਦੀ ਚੋਰੀ ਨੂੰ ਰੋਕ ਸਕਾਂਗੇ ਅਸੀਂ। AI ਐਪਸ ਕਿਸਾਨਾਂ ਨੂੰ ਫਸਲਾਂ ਲਈ ਤੇ ਮਛੇਰਿਆਂ ਨੂੰ ਮੱਛੀ ਫੜਨ ਲਈ ਅਗਾਊਂ ਚੇਤਾਵਨੀਆਂ ਦੇ ਕੇ ਬਚਾ ਸਕਦੀਆਂ ਨੇ ਉਹਨਾਂ ਦੀ ਮਿਹਨਤ। ਵਿਦਿਆਰਥੀਆਂ ਵੱਲੋਂ ਕੀਤੀ ਤਿਆਰੀ ਤੇ ਪੜ੍ਹੀਆਂ ਜਾ ਚੁੱਕੀਆਂ ਕਿਤਾਬਾਂ ਬਾਰੇ ਵੀ ਦੱਸ ਸਕਣਗੀਆਂ। AI ਤੇ ਸਾਈਬਰ ਸੁਰੱਖਿਆ, ਮੇਰੇ ਕੰਪਿਊਟਰ ਅੰਦਰ ਅਪਰਾਧੀ। ਇਹ ਕਹਾਣੀ ਹੈ ਉਹਨਾਂ AI ਮਾਲਵੇਅਰਸ ਦੀ ਜਿਹੜੇ ਤੁਹਾਡੀ ਜਾਣਕਾਰੀ ਤੋਂ ਬਿਨਾਂ ਹੀ ਤੁਹਾਡੇ ਕੰਪਿਊਟਰ ਵਗੈਰਾ ਵਿੱਚ ਘੁਸ ਕੇ ਅਪਰਾਧੀ ਕਾਰਵਾਈਆਂ ਕਰਦੇ ਰਹਿੰਦੇ ਨੇ। ਡਿਜੀਟਲ ਸੰਸਾਰ 'ਚ ਹੈਕਰਸ ਕਿਸੇ ਦੇ ਵੀ ਕੰਪਿਊਟਰ, ਮੋਬਾਈਲ ਵਗੈਰਾ 'ਚ ਅੰਦਰ ਜਾਸੂਸ ਬਿਠਾ ਦਿੰਦੇ ਨੇ। AI ਮਾਲਵੇਅਰਸ ਨੇ GS ਟਰੋਜਨ ਜਾਂ ਲੌਕੀ ਰੈਂਸਮਵੇਅਰ ਦੀ ਥਾਂ ਇਮੋਟੈਟ, ਬੋਟਨੈਟ, ਦਾ ਟ੍ਰਿਕਬੋਟ ਟਰੋਜਨ, ਰਿਊਕ ਰੈਂਸਮਵੇਅਰ ਵਰਗੇ ਬਿਜਲੀ ਦੀ ਚਮਕ ਦੀ ਚਾਲੇ ਫੈਲਣ ਵਾਲੇ ਇਹ ਅਪਰਾਧੀ ਦੂਰੋਂ ਬੈਠੇ ਹੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਪਏ ਲੱਖਾਂ ਉਪਕਰਨਾਂ 'ਚ ਕੁਸੇੜੇ ਜਾ ਸਕਦੇ ਨੇ। ਇਮੋਟੈਟ, ਜੋ ਮਾਲਵੇਅਰ ਦਾ ਵਾਹਕ ਸੀ, ਹੁਣ ਖੁਦ ਹੀ ਜਾਸੂਸ ਤੇ ਅਪਰਾਧੀ ਬਣ ਗਿਆ। ਗਲਤ ਮੈਸੇਜ, ਸਪੈਮ ਈਮੇਲ ਭੇਜਦਾ ਹੈ ਤੇ ਵਿੱਤੀ ਡਾਟਾ ਚੋਰੀ ਕਰ ਲੈਂਦਾ ਹੈ। ਰੋਜ਼ਾਨਾ ਲੋੜ ਦੇ ਈਮੇਲ ਜਾਂ ਮੈਸੇਜ ਇਨੇਬਲ ਦੀ ਮੰਗ ਕਰਨ ਤੇ ਦਿੱਤੀ ਸਹਿਮਤੀ ਨਾਲ ਮਾਲਵੇਅਰ ਘੁਸ ਜਾਂਦਾ ਹੈ। ਬੇਸ਼ੱਕ ਠੱਗੀਆਂ ਰੋਕਣ ਤੇ ਅਗਾਊਂ ਭਾਂਪਣ ਵਾਸਤੇ ਮੁਕਾਬਲੇ ਦੇ ਸੌਫਟਵੇਅਰ ਵੀ ਬਣ ਗਏ, ਪਰ ਸਾਡੇ ਦੇਸ਼ ਵਿੱਚ ਵੀ ਹੈਕਰਸ ਵੱਲੋਂ ਬੇਦੋਸ਼ੀਆਂ ਨੂੰ ਅਪਰਾਧੀ ਸਾਬਤ ਕਰਨ ਵਾਸਤੇ ਉਹਨਾਂ ਦੇ ਕੰਪਿਊਟਰ ਵਿੱਚ ਸਪੈਮ ਈਮੇਲ ਤੇ ਮੈਸੇਜ ਪਾਏ ਜਾਣ ਦੀਆਂ ਚਰਚਾਵਾਂ ਵੀ ਨੇ। ਸੇਵਾ ਵਿੱਚ ਹਾਜ਼ਰ, ਸਾਡੇ ਜੀਵਨ ਦੇ ਹਰ ਸ਼ੋਬੇ 'ਚ AI ਦੇ ਪਸਾਰੇ ਕਾਰਨ ਹਰ ਵਕਤ ਹਰ ਸੇਵਾ ਲਈ ਹਾਜ਼ਰ ਰਹਿੰਦੀ ਹੈ। AI ਨਿਪਟਾਉਂਦੀ ਹੈ ਸਾਡੇ ਰੋਜ਼ਮर्रा ਦੇ ਭਾਂਤ-ਭਾਂਤ ਦੇ ਕੰਮ, ਜਿਵੇਂ ਕਿ ਸਾਡੇ ਮੋਬਾਈਲ ਨੂੰ ਚਲਾਉਣਾ। AI ਕਰ ਰਹੀ ਹੈ ਕੰਟਰੋਲ ਟ੍ਰੈਫਿਕ ਨੂੰ। ਪਤਾ ਚੱਲ ਜਾਂਦਾ ਕਿ ਰਸਤਾ ਬੰਦ ਹੈ ਜਾਂ ਖੁੱਲ੍ਹਾ, ਕਿੰਨਾ ਕੁ ਟ੍ਰੈਫਿਕ ਹੈ ਤੇ ਕਿਹੜਾ, ਤੇ ਵਿਕਲਪ। ਡਰਾਈਵਰ ਰਹਿਤ ਕਾਰਾਂ ਤੇ ਕਿਤੇ ਤਾਂ ਟਰੱਕ ਵੀ ਬਿਨਾਂ ਡਰਾਈਵਰ ਦੇ ਘਟ ਜਾਂਦੇ ਨੇ। ਐਕਸੀਡੈਂਟ, ਮੌਤਾਂ ਤੇ ਇੰਜਰੀਜ਼। ਸਮਾਨ ਦੀ ਖਰੀਦ ਵੇਚ ਜਾਂ ਨੁਮਾਇਸ਼ ਦੇ ਲਈ ਵਰਤੀ ਜਾਂਦੀ ਹੈ AI। ਘਰ ਦੀ ਸਫਾਈ, ਖਾਣਾ ਬਣਾਉਣਾ, ਬਿਜਲਈ ਉਪਕਰਨਾਂ ਨੂੰ ਔਨ ਆਫ ਕਰਨ ਜਾਂ ਘਰ ਦੀ ਰਾਖੀ ਲਈ ਵੀ ਘਰੇਲੂ ਨੌਕਰਾਂ ਦੀ ਥਾਂ ਆ ਗਈ ਹੈ AI। ਹੁਣ ਦੇਖੋ, AI ਆਧਾਰਿਤ ਯੰਤਰ ਵੀ ਅੱਜ ਇੱਕ ਅਚੰਭਾ ਨੇ, ਪਰ ਨਾਲ ਦੀ ਨਾਲ ਉਹਨਾਂ ਬਾਰੇ ਸ਼ੰਕੇ ਵੀ ਨੇ। ਕੁਝ ਜਾਇਜ਼ ਨੇ ਤੇ ਕੁਝ ਨਿਰਮੂਲ ਵੀ। ਪਾਰਦਰਸ਼ਤਾ, ਜਵਾਬਦੇਹੀ ਤੇ ਜ਼ਿੰਮੇਦਾਰੀ ਲਈ ਲੋੜ ਹੈ ਇਹਨਾਂ ਦੀ ਨਿਵਰਤੀ ਦੀ ਵੀ। ਬਨਾਵਟੀ ਬੌਧਿਕਤਾ ਰਾਹੀਂ ਖੇਤੀ। ਕਹਾਣੀ ਹੈ ਡਿਜੀਟਲ ਸੰਸਾਰ 'ਚ ਖੇਤੀ ਦੀ ਤੇ ਇਸ ਖੇਤਰ ਵਿੱਚ ਭਵਿੱਖੀ ਸੰਭਾਵਨਾਵਾਂ ਦੀ। ਪੁਰਾਣੀ ਤਰਜ਼ ਦੀ ਖੇਤੀ ਨਿਰਭਰ ਸੀ ਕੁਦਰਤ ਦੇ ਉੱਪਰ ਤੇ ਚੱਲਦੀ ਸੀ ਮਾਰ, ਸੋਕੇ, ਹੜ੍ਹਾਂ ਤੇ ਗੜ੍ਹਿਆਂ ਦੀ। ਬਦਲ ਦਿੱਤਾ ਹੈ ਅੱਜ ਦ੍ਰਿਸ਼ AI ਨੇ ਸਾਡੀ ਖੇਤੀ ਦਾ। ਮਿਲ ਜਾਂਦੀ ਹੈ ਅਗਾਊਂ ਜਾਣਕਾਰੀ ਮੌਸਮ ਬਾਰੇ ਤੇ ਬਚ ਸਕਦੀ ਹੈ ਤਾਜ਼ੀ ਬੀਜੀ ਫਸਲ ਕਰਿੰਡੇ ਜਾਣ ਤੋਂ। ਵੱਧ ਜਾਂਦਾ ਹੈ ਝਾੜ ਵੀ। AI ਦੀ ਬਦੌਲਤ ਪਤਾ ਚੱਲ ਜਾਂਦਾ ਹੈ ਮੀਂਹ ਹਨੇਰੀਆਂ ਦੇ ਆਉਣ ਦਾ। ਕਰ ਸਕਦੇ ਹਾਂ ਫੈਸਲਾ ਪਾਣੀ ਲਾਉਣ ਜਾਂ ਨਾ ਲਾਉਣ ਦਾ। ਆਉਣ ਵਾਲੇ ਮੌਸਮ ਦੇ ਅਨੁਸਾਰ ਪਾਣੀ ਦਾ ਨਿਯੰਤਰਣ ਵੀ ਕਰ ਸਕਦੇ ਹਾਂ ਦੂਰ ਬੈਠੇ ਹੀ। ਪਲ ਵਿੱਚ ਜਾਣ ਸਕਦੇ ਹਾਂ ਕਿਸਮ ਸਾਡੀ ਮਿੱਟੀ ਦੀ ਤੇ ਖਾਦਾਂ ਦੀ ਕਿਸਮ ਤੇ ਲੋੜ ਦੀ। ਪਤਾ ਲੱਗ ਜਾਂਦਾ ਹੈ ਬਿਮਾਰੀ ਦੇ ਹਮਲੇ ਤੇ ਪ੍ਰਭਾਵ ਦੇ ਪੱਧਰ ਦਾ। ਸਹੀ ਥਾਂ, ਸਹੀ ਪ੍ਰਕਾਰ ਦਾ, ਸਹੀ ਮਾਤਰਾ 'ਚ ਕੀਟਨਾਸ਼ਕ ਤੇ ਨਦੀਨਨਾਸ਼ਕ ਦਵਾਈਆਂ ਦੇ ਛਿੜਕਣ ਦਾ। ਹੁਣ ਤਾਂ ਫਸਲਾਂ ਦੀ ਕਟਾਈ ਤੇ ਸਾਂਭ ਸੰਭਾਲ ਵੀ ਹੋ ਜਾਂਦੀ ਹੈ AI ਮਸ਼ੀਨਾਂ ਦੇ ਨਾਲ। ਫਸਲ ਦੀ ਵੇਚ-ਵਟਤ ਤੇ ਖੇਤੀ ਲਈ ਸਾਜੋ ਸਮਾਨ ਦੀ ਖਰੀਦ ਵਿੱਚ ਵੀ ਕਰਦੀ ਹੈ ਸਹਾਇਤਾ AI ਟੈਕਨੋਲੋਜੀ। AI ਤਕਨੀਕ ਨਾਲ ਬਦਲੇਗੀ ਸਿੱਖਿਆ ਦੀ ਤਸਵੀਰ। ਦੱਸਦੀ ਹੈ ਕਹਾਣੀ ਡਿਜੀਟਲ ਸੰਸਾਰ ਦੀਆਂ ਸੰਭਾਵਨਾਵਾਂ ਦੀ।
ਦੇਣ ਲਈ ਨਵਾਂ ਨਵੇਲਾ ਰੂਪ ਸਾਡੀ ਸਿੱਖਿਆ ਨੂੰ ਆਧੁਨਿਕ ਟੈਕਨੋਲੋਜੀ ਵਿਕਾਸ ਦੇ ਰਾਹੀਂ ਬਦਲਣ ਦੀਆਂ ਸਾਡੀ ਪੁਰਾਣੀ ਤਰਜ਼ ਸਿੱਖਿਆ ਪ੍ਰਣਾਲੀ ਨੂੰ। ਬਈ ਸਾਰਾ ਕੁਝ ਆਪ ਹੀ ਦੱਸੀ ਜਾਓਗੇ, ਮੇਰੇ ਵਰਗੇ ਨੂੰ ਵੀ ਕੁਝ ਦੱਸ ਲੈਣ ਦਿਓ। ਡਾਕਟਰ ਸੁਰਿੰਦਰ ਜਿੰਦਲ ਵੀ ਬੈਠਾ ਹੈ। ਆਓ ਡਾਕਟਰ ਸਾਹਿਬ ਆਓ। ਦਰਅਸਲ ਅਜੋਕੇ ਸੰਸਾਰ ਵਿੱਚ ਗਿਆਨ ਤੇ ਪ੍ਰਗਤੀ ਦਾ ਆਧਾਰ ਮੁੱਖ ਰੂਪ ਵਿੱਚ ਸਿੱਖਿਆ ਹੀ ਹੈ। AI ਤਾਂ ਇੱਕ ਨਵਾਂ ਹਥਿਆਰ ਹੈ। ਜੀਵਨ ਦੇ ਹਰ ਖੇਤਰ ਦੀ ਤਰ੍ਹਾਂ ਇਸ ਦੀ ਭੂਮਿਕਾ ਵੱਧਦੀ ਜਾ ਰਹੀ ਹੈ, ਸਿੱਖਿਆ ਵਿੱਚ ਵੀ। ਨੇੜ ਭਵਿੱਖ ਵਿੱਚ AI ਦਾ ਵਧੇਗਾ ਬੋਲਬਾਲਾ ਸਾਡੀ ਸਿੱਖਿਆ ਪ੍ਰਣਾਲੀ ਦੇ ਆਧੁਨਿਕੀਕਰਨ ਦੇ ਕਾਰਜ ਵਿੱਚ। ਜੀ ਸਰ, ਬਿਲਕੁਲ। AI ਕਰਦੀ ਹੈ ਵਿਦਿਆਰਥੀਆਂ ਦੀ ਮਦਦ, ਨਾ ਕੇਵਲ ਪੜ੍ਹਾਈ ਲਿਖਾਈ ਦੀ ਪ੍ਰਕਿਰਿਆ 'ਚ, ਸਗੋਂ ਕਿੱਤੇ ਤੇ ਰੁਜ਼ਗਾਰ ਦੀ ਚੋਣ ਵਿੱਚ ਵੀ। ਨਹੀਂ ਸਰ? ਤੇ ਮੈਂ ਦੱਸਾਂ, AI ਵੇਲ ਦਿਵਾਏਗੀ ਅਧਿਆਪਕ ਨੂੰ। ਹੈ? ਹਾਂ, ਕਾਪੀਆਂ ਚੈੱਕ ਕਰਨ ਦੇ ਕੰਮ ਤੋਂ। ਵਾਹ। ਅਧਿਆਪਨ ਅਮਲਾ ਇਹੀ ਸਮਾਂ ਬੱਚਿਆਂ ਦੇ ਮਾਨਸਿਕ ਤੇ ਬੌਧਿਕ ਵਿਕਾਸ ਉੱਪਰ ਲਗਾ ਕੇ ਉਹਨਾਂ ਨੂੰ ਸਮਝਾਏਗਾ ਜੀਵਨ ਦੀਆਂ ਕੁੰਡੀਆਂ, ਮਨੁੱਖ ਦਾ ਸਜੀਵ ਤੇ ਨਿਰਜੀਵ ਮਾਦੇ ਨਾਲ ਸੰਬੰਧ। ਸਿੱਖਿਆ ਦੇ ਪ੍ਰਸ਼ਾਸਨ ਤੇ ਅਕਾਦਮਿਕ ਮਾਮਲਿਆਂ ਦਾ ਸਵੈਚਾਲਨ ਰੋਕੇਗਾ ਕਈ ਕੁਰੀਤੀਆਂ, ਤੇ ਬੱਚਿਆਂ ਨੂੰ ਸਮਝਾਏ ਜਾਣਗੇ ਕੁਦਰਤ ਨਾਲ ਇੱਕ ਸੁਰਤਾ ਵਾਲੇ ਵਿਕਾਸ ਦੇ ਮਾਇਨੇ। ਵਾਹ ਜੀ ਵਾਹ। ਵਾਹ। ਕ੍ਰਾਮ 101 ਇਹਦੇ ਰਾਹੀਂ ਵਿਦਿਆਰਥੀ ਆਪਣੀ ਰੁਚੀ ਤੇ ਯੋਗਤਾ ਅਨੁਸਾਰ ਆਪਣੀ ਚਾਲੇ ਸਿਖਲਾਈ ਪ੍ਰਾਪਤ ਕਰ ਸਕੇਗਾ ਤੇ ਕਾਰਨਿਜੀ ਸਿਖਲਾਈ ਵਿਦਿਆਰਥੀਆਂ ਨਾਲ ਸਿੱਧਾ ਸੰਪਰਕ ਕਾਇਮ ਕਰਨ ਵਿੱਚ ਤੇ ਡਿਜੀਟਲ ਅਧਿਆਪਕ ਸਿਰਜਣ ਵਿੱਚ ਸਹਾਈ ਹੋਏਗੀ। ਤੇ ਬੜੀ ਵਧੀਆ ਗੱਲ ਤਾਂ ਇਹ ਹੈ ਕਿ ਪਾਠਕ੍ਰਮ ਵੀ ਹਰ ਬੱਚੇ ਦੀਆਂ ਲੋੜਾਂ ਮੁਤਾਬਕ ਬਣੇਗਾ। AI ਐਲਗੋਰਿਥਮ ਨੈਟਵਰਕ ਤੇ ਉਹਨਾਂ ਦੀ ਕੰਮ ਕਰਨ ਦੀ ਵਿਧੀ ਸਿੱਖਣ ਲਈ ਬੱਚਿਆਂ ਵਿੱਚ ਉਤਸੁਕਤਾ ਪੈਦਾ ਕਰਕੇ ਸਿੱਖਣ ਪ੍ਰਕਿਰਿਆ ਆਨੰਦਮਈ ਬਣ ਜਾਏਗੀ। ਬਣ ਜਾਏਗਾ ਡਿਜੀਟਲ ਅਧਿਆਪਕ ਵੀ। ਵਾਹ ਵਾਹ ਵਾਹ। AI ਤੇ ਸਮਾਰਟ ਸ਼ਹਿਰਾਂ ਦੀ ਪਰਿਵਹਨ ਵਿਵਸਥਾ। ਇਹ ਹੈ ਡਿਜੀਟਲ ਸੰਸਾਰ 'ਚ AI ਤੇ ਮਸ਼ੀਨ ਲਰਨਿੰਗ ਦੀ ਸੜਕੀ ਪਰਿਵਹਨ ਸੰਚਾਰ 'ਚ ਭੂਮਿਕਾ, ਤਾਂ ਕਿ ਵੱਧਦੇ ਸੜਕ ਹਾਦਸੇ, ਜਾਮ, ਸ਼ੋਰ ਪ੍ਰਦੂਸ਼ਣ ਤੇ ਹਵਾ ਪ੍ਰਦੂਸ਼ਣ ਰੁਕ ਸਕਣ ਤੇ ਟ੍ਰੈਫਿਕ ਪੁਲਿਸ ਨਾ ਹੋਵੇ ਸ਼ਿਕਾਰ ਸਾਹ ਦੀਆਂ ਬਿਮਾਰੀਆਂ ਦੀ। ਬਈ ਡਰਾਈਵਰ ਰਹਿਤ ਕਾਰਾਂ ਲਈ ਜ਼ਰੂਰੀ ਹੈ ਆਧਾਰਭੂਤ ਢਾਂਚੇ ਵਿੱਚ ਸਮਾਰਟ ਟ੍ਰੈਫਿਕ ਪ੍ਰਣਾਲੀ ਦੀ ਵਿਵਸਥਾ ਕਰਨਾ। ਸਮਾਰਟ ਪ੍ਰਣਾਲੀ ਰਸਤੇ ਦੀਆਂ ਰੁਕਾਵਟਾਂ ਤੇ ਭੀੜ ਭੜੱਕੇ ਦੀ ਅਗਾਊਂ ਸੂਚਨਾ ਦੇ ਕੇ ਆਪਣੇ ਆਪ ਬੱਤੀਆਂ ਬਦਲ ਦਿੰਦੀ ਹੈ। ਵਾਹ। ਵਾਹਨ ਖੜਾਉਣ ਲਈ ਜਗ੍ਹਾ ਦੱਸ ਕੇ ਸਮਾਂ ਤੇ ਈਂਧਨ ਬਚਾ ਦਿੰਦੀ ਹੈ। ਦਿੱਲੀ ਟ੍ਰੈਫਿਕ ਪੁਲਿਸ ਦੀ ITMS ਸਮਾਰਟ ਪ੍ਰਣਾਲੀ ਰਡਾਰ ਨਿਰੀਖਣ ਤੇ ਸਵੈਚਾਲਿਤ ਸਿਗਨਲ ਰਾਹੀਂ ਘਟਾਏਗੀ ਹਾਦਸੇ ਵੀ। ਆਓ ਵਧੀਏ ਅੱਗੇ ਮਿਲ ਕੇ ਇੱਕ ਵਾਰ। AI ਰਾਹੀਂ ਹੋ ਰਹੀ ਪ੍ਰਗਤੀ ਦਾ ਤੇ ਸਾਡੀਆਂ ਦੇਸੀ AI ਸਮਰਥਾਵਾਂ ਦਾ ਹੈ ਬਿਆਨ। ਮਸ਼ੀਨ ਲਰਨਿੰਗ, ਵੱਡ ਆਕਾਰੀ ਡਾਟਾ, ਐਲਗੋਰਿਦਮ, ਖੇਤੀ ਵਿੱਚ, ਹੋਟਲਾਂ ਵਿੱਚ AI ਦੀ ਭੂਮਿਕਾ ਦੀ ਝਲਕ। ਇੱਕ ਗੱਲ ਹੋਰ ਮਹੱਤਵਪੂਰਨ ਹੈ ਜੀ ਕਿ AI ਟੈਕਨੋਲੋਜੀ ਵਿੱਚ ਖਦਸ਼ੇ ਨੇ ਸਾਡੇ ਛੋਟੇ ਕਿਸਾਨਾਂ ਨੂੰ, ਦੁਕਾਨਦਾਰਾਂ ਨੂੰ, ਵੱਖ-ਵੱਖ ਕਿੱਤਿਆਂ ਨੂੰ ਤੇ ਰੁਜ਼ਗਾਰ ਨੂੰ ਵੀ। ਵੈਸੇ ਵੀ ਇਹਨਾਂ AI ਮਸ਼ੀਨਾਂ ਵਿੱਚ ਸਾਡਾ ਆਪਣਾ ਦੇਸੀ ਤਾਂ 5% ਸੌਫਟਵੇਅਰ ਹੀ ਹੈ। ਸਾਡੇ ਹੋਟਲਾਂ ਵਿੱਚ ਭੋਜਨ ਪਰੋਸਣ ਵਾਲੇ ਰੋਬੋਟਾਂ ਵਿੱਚ 95% ਯਾਨੀ 95% ਤਕਨੀਕ ਤਾਂ ਵਿਦੇਸ਼ੀ ਹੀ ਹੈ। AI ਸੌਫਟਵੇਅਰ ਹੱਲ ਕਰੇਗਾ ਲੇਖਕਾਂ ਦੀ ਰਾਈਟਰਸ ਬਲੌਕ ਵਰਗੀ ਗੰਭੀਰ ਸਮੱਸਿਆ ਦਾ ਤੇ ਕਹਾਣੀ ਪੂਰੀ ਕਰ ਦੇਗਾ ਆਪਣੇ ਆਪ ਹੀ ਲੇਖਕ ਦੀ ਸੋਚ ਅਨੁਸਾਰ। ਹਾਂਜੀ, ਤੇ ਅੱਗੇ ਵਾਲੀ ਗੱਲ ਇਹ ਹੈ ਕਿ ਵਿਕਸਿਤ ਕੀਤਾ ਜਾ ਰਿਹਾ ਨਿਊਰਲ ਨੈਟਵਰਕ ਯਾਨੀ ਬਣਾਉਟੀ ਦਿਮਾਗ। ਵਾਹ। ਜੀ ਹਾਂ, ਜੋ ਮਨੁੱਖੀ ਯਾਦਾਂ, ਅਨੁਭਵਾਂ ਤੇ ਅਵਲੋਕਨਾਂ ਤੋਂ ਚੁੱਕੇਗਾ ਪਰਦਾ, ਬਣਾ ਲਏਗਾ ਨਵੇਂ-ਨਵੇਂ ਸਮੀਕਰਨ ਤੇ ਜੋੜ ਤੋੜ ਪਰਮੂਟੇਸ਼ਨ ਕੰਬੀਨੇਸ਼ਨ ਰਾਹੀਂ। ਵਾਹ। ਤੇ ਸਾਡੀ DRDO ਯਾਨੀ ਸੁਰੱਖਿਆ ਖੋਜ ਤੇ ਵਿਕਾਸ ਸੰਸਥਾ ਦੀ ਉੱਚਤਮ ਖੋਜ ਲਾਈਨ ਬਣ ਰਹੀ ਹੈ ਸੈਲ ਜ਼ਿੰਦਗੀ ਸਾਡੇ ਸੁਰੱਖਿਆ ਬਲਾਂ ਦੀ ਵੀ। DRDO ਕਰ ਰਹੀ ਹੈ ਖੋਜ ਦੁਰਗਮ ਥਾਵਾਂ, ਜੰਗਲਾਂ, ਸਮੁੰਦਰਾਂ, ਉੱਚੀਆਂ ਚੋਟੀਆਂ ਤੇ AI ਦੀ ਬਦੌਲਤ। ਵਾਹ ਵਾਹ। ਬਣਾਉਟੀ ਬੌਧਿਕਤਾ ਰਾਹੀਂ ਅਮਰ ਹੋਣ ਵੱਲ ਹੈ ਸੁਪਨਾ। ਡਿਜੀਟਲ ਟੈਕਨੋਲੋਜੀ ਨਾਲ ਸੰਸਾਰ ਵੱਲੋਂ ਧਰਤ ਗ੍ਰਹਿ ਦੀ ਥਾਂ ਹੋਰ ਗ੍ਰਹਿਆਂ ਵੱਲ ਨੂੰ ਚਾਲੇ ਪਾਉਣ ਦਾ AI ਦੇ ਸਹਾਰੇ। ਪ੍ਰਲੋਆਂ ਤੇ ਮਹਾਂਪ੍ਰਲੋਆਂ ਦੌਰਾਨ ਮਨੁੱਖ ਜਾਤੀ ਨਹੀਂ ਹੋਵੇਗੀ ਖਤਮ, ਡਾਇਨਾਸੌਰਸ ਦੀ ਤਰ੍ਹਾਂ। AI ਆਧਾਰਿਤ ਮਸ਼ੀਨਾਂ ਰਾਹੀਂ ਹੋ ਰਹੀ ਪ੍ਰਗਤੀ ਦੇ ਕਾਰਨ ਖਤਰਾ ਹੈ ਕਿ ਮਸ਼ੀਨ ਕਾਬੂ ਪਾ ਲਏਗੀ ਮਨੁੱਖ ਦੇ ਉੱਪਰ, ਬਣਾ ਲਏਗੀ ਉਸ ਨੂੰ ਆਪਣਾ ਗੁਲਾਮ। ਲੱਗਦਾ ਹੈ ਕਿ ਮਨੁੱਖ ਨੇ ਮਸ਼ੀਨ ਦੁਆਰਾ ਆਪਣਾ ਅੰਤ ਖੁਦ ਸਿਰਜ ਲਿਆ ਹੈ। ਡਰ ਹੈ ਹਮਲਾਵਰ ਰੋਬੋਟ ਕਰ ਸਕਦੇ ਨੇ ਮਨੁੱਖ ਜਾਤੀ ਦਾ ਅੰਤ। ਕੀ ਇਹ ਤੌਖਲੇ ਬੇਬੁਨਿਆਦ ਨੇ?
ਨਹੀਂ, ਬਿਲਕੁਲ ਨਹੀਂ ਸਰ। ਜੇਕਰ ਇਹ ਸਵੈ ਚਾਲਤ ਮਸ਼ੀਨਾਂ ਸਵੈ ਸੰਗਠਿਤ ਹੋ ਕੇ ਮਨੁੱਖ ਨੂੰ ਨੁਕਸਾਨ ਪਹੁੰਚਾਉਣ ਤੇ ਮਲੀਆਵੇਟ ਕਰਨ ਤੇ ਉਤਾਰੂ ਹੋ ਗਈਆਂ ਤਾਂ ਕੀ ਹੋਏਗਾ? ਕਿ ਇਹਨਾਂ ਸ਼ੰਕਿਆਂ ਤੇ ਗੰਭੀਰ ਚਰਚਾ ਤੋਂ ਬਾਅਦ ਹੀ ਸਿੱਟੇ ਕੱਢ ਕੇ ਅਮਲ ਨਹੀਂ ਸ਼ੁਰੂ ਕਰਨਾ ਚਾਹੀਦਾ? ਬਈ ਮਿੱਤਰੋ, AI ਸੌਫਟਵੇਅਰ ਧਰਤੀ ਨੂੰ ਸੁੰਦਰ ਤੇ ਸੁਰੱਖਿਅਤ ਬਣਾ ਸਕਦਾ ਹੈ। ਬੇਸ਼ੱਕ ਮਹਾਂਪਰਲੋਆਂ ਨਾਲ ਡਾਇਨਾਸੌਰ ਖਤਮ ਹੋਏ, ਪਰ ਮਨੁੱਖ ਖਤਮ ਨਹੀਂ ਹੋਵੇਗਾ। ਮਨੁੱਖ ਸੋਚਦਾ ਹੈ, ਇਸ ਕਰਕੇ ਵੱਖਰਾ ਹੈ ਡਾਇਨਾਸੌਰਾਂ ਤੋਂ। AI ਰਾਹੀਂ ਮਨੁੱਖ ਨੂੰ ਬਹੁਗ੍ਰਹਿ ਪ੍ਰਾਣੀ ਬਣਾਇਆ ਜਾ ਸਕਦਾ ਹੈ। ਟੈਲੀਪੋਰਟਿੰਗ ਰਾਹੀਂ 2 ਗ੍ਰਹਿਆਂ ਵਿਚਲੀ ਦੂਰੀ ਅੱਖ ਦੇ ਝਪਕਣ ਵਿੱਚ ਤੈਅ ਕੀਤੀ ਜਾ ਸਕਦੀ ਹੈ। ਬਣੇਗਾ ਹਕੀਕਤ ਨੇੜ ਭਵਿੱਖ 'ਚ ਹੀ ਇਹ ਵਿਗਿਆਨ ਗਲਪ। ਵਾਹ ਜੀ ਵਾਹ। ਸ਼ੰਕਾ ਹੈ ਕਿ ਸਿੰਗੂਲੈਰਿਟੀ ਰਾਹੀਂ ਅਸੀਂ ਮਸ਼ੀਨੀ ਯੁੱਗ ਵੱਲ, ਇਕਲਾਪੇ ਵੱਲ ਤੇ ਕਿਰਤ ਦੇ ਖਾਤਮੇ ਵੱਲ ਵੱਧ ਰਹੇ ਹਾਂ। ਮਨੁੱਖ ਹਾਂ, ਜੇਕਰ ਅਸੀਂ ਸਾਰੇ ਕੁਦਰਤੀ ਤੇ ਮਸਨੂਈ ਸਰੋਤ ਮੁੱਠੀ ਭਰ ਕਾਰਪੋਰੇਟ ਦੇ ਹਵਾਲੇ ਕਰ ਦਿੱਤੇ ਤਾਂ ਤੇ ਇਕਲਾਪਾ, ਬੰਦੇ ਦਾ ਕੁਦਰਤ ਨਾਲੋਂ ਟੁੱਟਣਾ, ਸਮਾਜ ਨਾਲੋਂ ਟੁੱਟਣਾ, ਪਰਿਵਾਰ ਨਾਲੋਂ ਟੁੱਟਣਾ ਤੇ ਆਖਰਕਾਰ ਆਪਣੇ ਆਪ ਨਾਲੋਂ ਟੁੱਟ ਜਾਣਾ ਆਮ ਵਰਤਾਰਾ ਹੋਵੇਗਾ। ਪਰ ਜੇਕਰ ਅਸੀਂ ਸਰੀਰਕ ਤੇ ਮਾਨਸਿਕ ਬੋਝ ਘਟਾਉਣ ਵਿੱਚ ਤੇ ਇਨਸਾਨੀ ਕਦਰਾਂ ਕੀਮਤਾਂ ਵਧਾਉਣ ਵਿੱਚ AI ਦੀ ਵਰਤੋਂ ਕਰਾਂਗੇ ਤਾਂ ਕੁਦਰਤ ਨਾਲ ਇਕਸੁਰਤਾ ਵਾਲਾ ਇੱਕ ਸੰਤੁਲਿਤ ਤੇ ਬਿਹਤਰ ਧਰਤ ਗ੍ਰਹਿ ਸਿਰਜ ਲਵਾਂਗੇ। ਵਾਹ ਸਰ ਵਾਹ। ਦੋਸਤੋ, 37ਵੀਂ ਚਾਲ ਵਿੱਚ ਹੈ ਮੁਕਾਬਲਾ AI ਦੁਆਰਾ ਵਰਤਮਾਨ ਤੇ ਭਵਿੱਖ ਦੇ ਨਵੇਂ ਉੱਭਰਦੇ ਨਕਸ਼ੇ ਦਾ। ਮਨੁੱਖ ਉੱਭਰ ਰਹੇ ਨੇ ਥਕਾਨ ਤੋਂ ਤੇ ਸ਼ਾਇਦ ਜੀਵਨ ਦੀ ਸਹੀ ਕਦਰ ਨੂੰ ਹੋਰ ਵੱਧ ਡੂੰਘਾਈ ਨਾਲ ਸਮਝ ਰਹੇ ਨੇ, ਕਿਉਂਕਿ ਬਹੁਤ ਸਾਰੇ ਅਕਾਊ ਕੰਮ ਹੁਣ ਰੋਬੋਟ ਕਰ ਰਹੇ ਨੇ। ਇਨਸਾਨ ਤਾਂ ਹੁਣ ਖੁੱਲੀ ਕਿਤਾਬ ਨੇ। ਦੋਸਤੋ, ਟੈਕਨੋਲੋਜੀ ਨੇ ਬਹੁਤ ਵੱਡੀ ਛਾਲ ਮਾਰ ਲਈ ਹੈ। ਅਸੀਂ ਪੁਲਾੜ ਤੇ ਚੰਦ ਉੱਪਰ ਬਸਤੀਆਂ ਵਸਾ ਲਈਆਂ ਨੇ। ਅਸੀਂ ਤਾਂ ਮੰਗਲ ਗ੍ਰਹਿ ਤੇ ਵੀ ਰਹਿਣ ਬਸੇਰੇ ਬਣਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਸਾਡੇ ਰੂਹਾਨੀ ਵਿਕਾਸ ਵਿੱਚ ਵੀ ਟੈਕਨੋਲੋਜੀ ਸਹਾਈ ਹੋ ਰਹੀ ਹੈ। ਸਾਡੀਆਂ ਪ੍ਰਾਪਤੀਆਂ ਤਾਂ ਸਾਡੇ ਅੰਦਾਜ਼ਿਆਂ ਤੋਂ ਕਿਤੇ ਟੱਪ ਗਈਆਂ ਨੇ। ਪਰ ਸਰ, AI ਰਾਹੀਂ ਮਨੁੱਖ ਦੀ ਪੁਲਾੜ ਯਾਤਰਾ ਤਾਂ ਬਹੁਤ ਹੀ ਜ਼ਿਆਦਾ ਮਹਿੰਗੀ ਨਹੀਂ ਹੈ? ਭੋਜਨ ਵੀ ਮਸਨੂਈ ਹੈ, ਕੁਦਰਤੀ ਭੋਜਨ ਵਾਲਾ ਸਵਾਦ ਕਿੱਥੇ? ਹਾਂ, ਪੁਲਾੜ ਯਾਤਰਾ ਮਹਿੰਗੀ ਹੈ, ਬਹੁਤਿਆਂ ਦੀ ਪਹੁੰਚ ਤੋਂ ਬਾਹਰ ਹੈ, ਪਰ ਅਜੇ ਤਾਂ ਮੁੱਢਲੇ ਪੜਾਅ ਵਿੱਚ ਹੀ ਹੈ ਨਾ। ਤੇਲ ਦੇਖੋ, ਤੇਲ ਦੀ ਧਾਰ ਦੇਖੋ। ਭੋਜਨ 3D ਪ੍ਰਿੰਟਰਾਂ ਰਾਹੀਂ ਪ੍ਰਿੰਟ ਕੀਤਾ ਜਾ ਰਿਹਾ ਹੈ, ਪਰ ਸਵਾਦ ਤਾਂ ਵੱਧ ਲਿਆ ਜਾ ਸਕਦਾ ਹੈ। ਹੁਣ ਭੋਜਨ ਵਾਸਤੇ ਤੁਸੀਂ ਸਿਰਫ AI ਨੂੰ ਸਾਰੀਆਂ ਲੋੜੀਂਦੀਆਂ ਖੁਸ਼ਬੂਆਂ ਨੂੰ ਇਕੱਠੇ ਕਰਕੇ ਮਿਲਾ ਕੇ ਭੋਜਨ ਪ੍ਰਿੰਟ ਕਰਨ ਦਾ ਵਕਤ ਦੇਣਾ ਹੈ। ਬਸ ਫਿਰ ਪਰੋਸਿਆ ਜਾਏਗਾ ਮਜ਼ੇਦਾਰ ਖੁਸ਼ਬੂਆਂ ਫੈਲਾਉਂਦਾ ਭੋਜਨ। ਲੀ ਸਟੋਲ ਤੇ ਅਲਫਾਗੋ ਦਰਮਿਆਨ ਚੌਥੇ ਮੈਚ ਦੀ 37ਵੀਂ ਚਾਲ ਤੇ 78ਵੀਂ ਚਾਲ ਦਾ ਭੇਦ ਕੀ ਹੈ ਸਰ? ਦੇਖੋ ਦੋਸਤੋ, ਲੀ ਸਟੋਲ ਤੇ ਅਲਫਾਗੋ ਦਰਮਿਆਨ ਚੌਥੇ ਮੈਚ ਦੀ 37ਵੀਂ ਚਾਲ ਨੇ ਮਨੁੱਖ ਉੱਪਰ ਜਿੱਤ ਪ੍ਰਾਪਤ ਕਰਕੇ ਸ਼ੰਕਾ ਪੈਦਾ ਕਰ ਦਿੱਤਾ ਸੀ ਕਿ ਮਸ਼ੀਨਾਂ ਮਨੁੱਖ ਨੂੰ ਗੁਲਾਮ ਬਣਾ ਕੇ ਉਸ ਉੱਪਰ ਰਾਜ ਕਰਨਗੀਆਂ। ਪਰ ਲੀ ਸਟੋਲ ਦੀ ਉਸੇ ਖੇਡ ਵਿੱਚ 78ਵੀਂ ਚਾਲ ਨੇ ਅਲਫਾਗੋ ਨੂੰ ਮਾਤ ਦੇ ਕੇ ਇਹ ਸ਼ੰਕਾ ਖਤਮ ਕਰ ਦਿੱਤੀ। ਬਈ ਮਨੁੱਖ ਮਨੁੱਖ ਹੈ, ਮਸ਼ੀਨ ਉਸੇ ਦੀ ਹੀ ਖੇਡ ਹੈ। ਹਾਂਜੀ, ਮਨੁੱਖੀ ਦਿਮਾਗ ਨੇ ਹੀ ਤਾਂ ਮਸ਼ੀਨ ਬਣਾਈ ਹੈ ਇੰਨੀ ਕਾਬਿਲ। ਤੇ ਫਿਰ ਦੋਸਤੋ, ਮਨੁੱਖ ਦਾ ਦਿਮਾਗ ਤਾਂ ਮਸ਼ੀਨ ਤੋਂ ਉੱਪਰ ਹੀ ਹੋਇਆ ਨਾ। ਹਾਂ, ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ। ਬਿਲਕੁਲ ਸਹੀ। ਤੁਸੀਂ ਸੁਣ ਰਹੇ ਸੀ ਵਿਗਿਆਨ ਲੜੀਵਾਰ ਆਉਣ ਵਾਲਾ ਕੱਲ ਦੀ 51ਵੀਂ ਕੜੀ। ਹੁਣ ਨੋਟ ਕਰੋ ਇਸ ਕੜੀ ਦੇ ਸਵਾਲ। ਸਵਾਲ ਨੰਬਰ 1, ਬਨੌਟੀ ਬੌਧਿਕਤਾ ਕਿੰਨੇ ਪ੍ਰਕਾਰ ਦੀ, ਕਿਹੜੀ ਹੈ? ਸਵਾਲ ਨੰਬਰ 2, ਬਨੌਟੀ ਬੌਧਿਕਤਾ ਦਾ ਕੀ ਹੈ ਸਭ ਤੋਂ ਵੱਡਾ ਖਦਸ਼ਾ? ਸਵਾਲਾਂ ਦੇ ਜਵਾਬ ਭੇਜਣ ਲਈ ਸਾਡਾ ਪਤਾ ਨੋਟ ਕਰ ਲਓ। ਇੰਚਾਰਜ ਪ੍ਰੋਗਰਾਮ ਵਿਗਿਆਨ ਲੜੀਵਾਰ ਆਉਣ ਵਾਲਾ ਕੱਲ, ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਪਿੰਨ ਕੋਡ 144001। ਹਿੱਸਾ ਲੈਣ ਵਾਲੇ ਕਲਾਕਾਰ ਦਲਜਿੰਦਰ ਬਸਰਾ, ਸੁਰਿੰਦਰ ਬਾਠ, ਅਮਨ ਬਲ। ਵਿਸ਼ੇਸ਼ ਸਹਿਯੋਗ ਸਰਬਜੀਤ ਰਿਸ਼ੀ। ਪੇਸ਼ਕਸ਼ ਗੁਰਵਿੰਦਰ ਸਿੰਘ ਤੇ ਅਮਨਦੇਵ ਜੋਸ਼ੀ।